ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਔਰ ਮੇਰੇ ਨਾਲ ਅੱਜ ਇੱਕ ਹੋਰ ਪੰਜਾਬ ਦਾ ਹੀਰਾ, ਸਾਬਕਾ IFS ਇੰਡੀਅਨ ਫੋਰਨ ਸਰਵਿਸਿਜ਼ ਦੇ ਸਾਬਕਾ ਅਧਿਕਾਰੀ ਸਰਦਾਰ ਗੁਰਦੀਪ ਸਿੰਘ ਵਰਵਾਲ। ਬੇਸ਼ੱਕ ਦਿੱਲੀ 'ਚ ਵਸਦੇ ਆ, ਲੇਕਿਨ ਪੰਜਾਬ ਨਾਲ ਜੁੜੇ ਹੋਏ ਨੇ, ਪੰਜਾਬ ਦੇ ਰਹਿਣ ਵਾਲੇ ਨੇ। ਔਰ ਇਹਨਾਂ ਨੇ ਭਾਰਤ ਵੱਲੋਂ ਕਈ ਦੇਸ਼ਾਂ ਦੇ ਵਿੱਚ ਉਪ ਰਾਜਦੂਤ ਵਜੋਂ ਸਰਵਿਸਿਜ਼ ਦਿੱਤੀਆਂ ਨੇ। ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਇਹ ਦਾਅਵਾ ਕਰਦਾ ਹੈ ਕਿ ਮੈਂ ਇੱਕ ਦਲਿਤ ਚਿਹਰਾ ਡਿਪਟੀ CM ਬਣਾਉਂਗਾ, ਅਨਾਉਂਸਮੈਂਟ ਹੋ ਜਾਂਦੀ ਆ ਇਲੈਕਸ਼ਨ ਤੋਂ 8 ਮਹੀਨੇ ਪਹਿਲਾਂ, ਦਲਿਤ CM। ਹਾਲਾਂਕਿ ਦਲਿਤ ਸ਼ਬਦ ਮੈਂ ਬਾਰ-ਬਾਰ ਕਹਿਣਾ ਹੁੰਦਾ, ਮੈਨੂੰ ਚੁਭਦਾ ਹੈ, ਅਖੜਦਾ ਹੈ, ਇਹ ਵਰਗੀਕਰਨ ਕਿਉਂ ਹੋਵੇ। ਲੇਕਿਨ ਜੋ ਇਹਨਾਂ ਲੀਡਰਸ ਦੀ ਜ਼ੁਬਾਨ ਅਸੀਂ ਉਹੀ ਬੋਲ ਰਹੇ ਹਾਂ ਫਾਰ ਦਾ ਟਾਈਮ ਬੀਇੰਗ। ਉਹ ਆਪਣੇ ਸਮਾਜ ਦਾ ਹੱਕ ਮਾਰ ਕੇ, ਦਲਿਤ ਸਮਾਜ ਦਾ ਹੱਕ ਮਾਰ ਕੇ ਕਿਵੇਂ ਦਾਅਵਾ ਕਰ ਸਕਦੇ ਆ ਕਿ ਆਉਂਦੇ ਸਮੇਂ 'ਚ ਉਹ ਕਿਸੇ ਨੂੰ ਹੱਕ ਦੇਣਗੇ। ਦੂਜੇ ਬੰਨੇ ਕੈਪਟਨ ਅਮਰਿੰਦਰ ਸਿੰਘ ਆਪਣੇ ਸਿਪਾ ਸਲਾਰ, ਆਪਣੇ ਬਹੁਤ ਨਜ਼ਦੀਕੀ ਨੂੰ ਰਾਏ ਸਿੱਖਾਂ ਦਾ ਹੱਕ ਮਾਰਨ ਲਈ ਅੱਗੇ ਡਾਹ ਦਿੰਦੇ ਨੇ। ਰਾਣਾ ਗੁਰਮੀਤ ਸਿੰਘ ਸੋਢੀ ਗੁਰੂ ਹਰਸਹਾਏ ਦੇ ਵਿੱਚ ਰਾਏ ਸਿੱਖਾਂ ਦੀ ਮੈਜੋਰਟੀ ਹੋਣ ਦੇ ਬਾਵਜੂਦ, 54% ਦੇ ਲਗਭਗ ਆਬਾਦੀ ਹੋਣ ਦੇ ਬਾਵਜੂਦ ਉੱਥੋਂ ਧੜੱਲੇ ਨਾਲ ਜਿੱਤ ਕੇ ਆ ਰਹੇ ਆ। ਆਖਰ ਰਾਏ ਸਿੱਖ ਚਿਹਰਾ ਕਿਉਂ ਨਾ ਹੋਵੇ। ਵਰਵਾਲ ਸਾਹਿਬ ਜਿਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਜੰਗ ਲੜੀ ਆ, ਰਾਏ ਸਿੱਖਾਂ ਦੀ ਨੁਮਾਇੰਦਗੀ ਕਰਦੇ ਨੇ, ਇਹਨਾਂ ਨੇ ਰਿਜ਼ਰਵੇਸ਼ਨ ਲੈ ਕੇ ਦਿੱਤੀ ਆ ਸ਼ਡਿਊਲ ਕਾਸਟ ਵਜੋਂ ਰਾਏ ਸਿੱਖਾਂ ਨੂੰ। ਭਾਵੇਂ ਸੰਵਿਧਾਨ ਦੇ ਵਿੱਚ ਅਜੇ ਉਹ ਰਾਖਵਾਂਕਰਨ ਪ੍ਰਵਾਨ ਨਹੀਂ ਚੜਿਆ, ਅਜੇ ਲਾਗੂ ਨਹੀਂ ਹੋਇਆ, ਅਮੈਂਡਮੈਂਟ ਹੋ ਚੁੱਕੀ ਆ, ਲੇਕਿਨ ਅਖਲਾਕੀ ਔਰ ਨੈਤਿਕ ਜ਼ਿੰਮੇਵਾਰੀ ਦੇ ਆਧਾਰ ਤੇ ਇਹਨਾਂ ਲੀਡਰਸ ਨੇ ਕਦੋਂ ਸਮਝਿਆ ਕਿ ਬਹੁਗਿਣਤੀ ਲੋਕਾਂ ਨੂੰ ਕਿਸੇ ਖਿੱਤੇ ਦੇ ਵਿੱਚ ਨਜ਼ਰਅੰਦਾਜ਼ ਕਰਨਾ ਇਹ ਬਹੁਤ ਅਹਿਮ ਸਵਾਲ। ਵਰਵਾਲ ਸਾਹਿਬ ਜੀ ਆਇਆਂ। ਥੈਂਕ ਯੂ। ਵਰਵਾਲ ਸਾਹਿਬ, ਜਿਹੜਾ ਮੈਂ ਸਵਾਲ ਉਠਾਇਆ ਕਿ ਜਾਇਜ਼ ਆ ਜਾਂ ਮੈਂ ਗਲਤ ਆ? ਨਹੀਂ, ਬਿਲਕੁਲ ਠੀਕ ਹੈ। ਇਹ ਸਾਡਾ ਜਿਹੜਾ ਸ਼ਡਿਊਲ ਕਾਸਟ ਚ ਆਉਣਾ ਪਾਰਲੀਮੈਂਟ ਦੇ ਥਰੂ ਸੰਵਿਧਾਨਕ ਸੋਧ ਹੋਈ ਹੈ 30 ਅਗਸਤ 2007 ਨੂੰ ਹੋਈ ਹੈ ਔਰ ਬੜੀ ਮੁਸ਼ਕਲ ਨਾਲ ਹੋਈ ਹੈ। ਇਹ 1950 ਵਿੱਚ ਹੀ ਹੋ ਜਾਣੀ ਚਾਹੀਦੀ ਸੀ। ਸਾਨੂੰ ਇੰਨੇ ਸਾਲ ਲੇਟ ਮਿਲਿਆ, ਜਿੰਦਾ ਸਾਡਾ ਕਾਫੀ ਵੱਡਾ ਨੁਕਸਾਨ ਹੋਇਆ ਹੈ ਤੇ ਅਸੀਂ ਚਾਹੁੰਦੇ ਕਿ ਉਸ ਤੋਂ ਬਾਅਦ ਅੱਗੇ ਹੋਰ ਨੁਕਸਾਨ ਨਾ ਹੋਏ। ਤੇ ਜਿੱਥੇ ਤੱਕ ਹਲਕਿਆਂ ਦਾ ਜ਼ਿਕਰ ਹੈ, ਇਸ ਵਕਤ ਪੰਜਾਬ ਦੇ ਵਿੱਚ 117 ਅਸੈਂਬਲੀ ਹਲਕੇ ਹਨ, ਜਿੰਦੇ ਵਿੱਚ ਗਿਣਤੀ ਦੇ ਹਿਸਾਬ ਵਿੱਚ ਸ਼ਡਿਊਲ ਕਾਸਟ ਦੀ ਗਿਣਤੀ ਰਾਏ ਸਿੱਖ ਔਰ ਸ਼ਡਿਊਲ ਕਾਸਟ ਮਿਲਾ ਲਓ, ਸ਼ਡਿਊਲ ਕਾਸਟ ਬਹੁਤ ਦੂਜੇ ਜਿਹੜੇ ਹੈ ਨੇ ਅਨੁਸੂਚਿਤ ਜਾਤੀ ਵਾਲੇ, ਘੱਟ ਗਿਣਤੀ ਹੈ ਉਹਨਾਂ ਦੀ, ਜ਼ਿਆਦਾਤਰ ਰਾਏ ਸਿੱਖ ਬਰਾਦਰੀ ਦੀ ਹੈ। 117 ਦੇ ਵਿੱਚ 34 ਸੀਟਾਂ ਇਸ ਵਕਤ ਰਿਜ਼ਰਵ ਨੇ ਔਰ ਇਹ ਸੀਟਾਂ ਸਾਡੀਆਂ ਗੁਰੂ ਸਾਹਿਬ, ਜਲਾਲਾਬਾਦ ਔਰ ਫਾਜ਼ਿਲਕਾ ਇਹ ਜਨਰਲ ਨੇ ਔਰ ਇਹ ਜਿਹੜੀਆਂ 117 ਸੀਟਾਂ ਦੇ ਵਿੱਚੋਂ ਇਹ ਟੌਪਰ ਨੇ 59% ਸ਼ਡਿਊਲ ਕਾਸਟ, ਜਿੰਦੇ ਵਿੱਚ ਮੈਜੋਰਿਟੀ ਵੱਡੇ ਪੱਧਰ ਤੇ ਰਾਏ ਸਿੱਖਾਂ ਦੀ ਹੈ। ਇਹ 59% ਗੁਰੂ ਸਾਹਿਬ ਚ ਤੇ 58% ਜੋ ਜਲਾਲਾਬਾਦ ਦੇ ਵਿੱਚ ਹੈ ਔਰ ਨਾਲ ਹੀ ਫਾਜ਼ਿਲਕਾ ਦੇ ਵਿੱਚ 50%। ਔਰ ਅਸੀਂ 117 ਵਿੱਚ ਟੌਪਰ 1 2 3 ਉੱਤੋਂ ਜਦੋਂ ਆਰਡਰ ਵਿੱਚ ਲਈਏ ਤਾਂ ਟੌਪਰ, ਪਰ ਇਹ ਜਨਰਲ ਨੇ। ਔਰ ਨਾਲ ਵਾਲਾ ਹਲਕਾ ਬੱਲੂਆਣਾ ਜਿਹੜਾ ਹੈ ਉਹ 26% ਰਿਜ਼ਰਵ ਹੈ, ਉਹਦੇ ਵਿੱਚ ਰਾਏ ਸਿੱਖਾਂ ਦੀ ਇਤਨੀ ਗਿਣਤੀ ਨਹੀਂ ਹੈ। ਪਰ ਇੱਥੇ ਲਗਾਤਾਰ ਇਹ ਮਤਲਬ ਕਿ ਜਿੱਤਦੇ ਆ ਰਹੇ ਨੇ। ਪਿਛਲੇ ਦੋ ਤੋਂ ਸੁਖਬੀਰ ਸਿੰਘ ਬਾਦਲ ਜੀ ਜਿੱਤ ਰਹੇ ਨੇ ਜਲਾਲਾਬਾਦ ਤੋਂ, ਵੱਡਾ ਚਿਹਰਾ ਹੋਣ ਕਰਕੇ, ਔਰ ਗੁਰੂ ਰਸਾਇਤ ਤੋਂ ਚੌਥੀ ਵਾਰ ਰਾਣਾ ਸੋਢੀ ਜੀ ਜਿੱਤੇ ਨੇ। ਇਹ ਸੀਟ ਅਸਲ ਵਿੱਚ ਸੰਵਿਧਾਨਕ ਤੌਰ ਤੇ ਰਿਜ਼ਰਵ ਹੋਣੀ ਚਾਹੀਦੀ, ਕਿਉਂਕਿ ਕਨਸਟੀਟਿਊਸ਼ਨਲ ਬਿੱਲ ਪਾਸ ਹੋ ਚੁੱਕਾ ਹੈ, ਰਾਸ਼ਟਰਪਤੀ ਦੇ ਸਾਈਨ ਹੋ ਚੁੱਕੇ ਨੇ, ਪਰ ਉਸ ਨੂੰ ਇੰਪਲੀਮੈਂਟ ਨਹੀਂ ਕਰਿਆ ਗਿਆ। ਸੰਵਿਧਾਨ ਦੀ ਆਰਟੀਕਲ 81, 82, 170, 330 ਤੇ 332 ਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਜਦੋਂ ਵੀ ਗਿਣਤੀ ਹੋਏਗੀ ਜਨਗਣਨਾ ਦੀ 10 ਸਾਲਾਂ ਬਾਅਦ ਸਾਰਾ ਹਲਕਾਬੰਦੀ ਆਬਾਦੀ ਦੇ ਮੁਤਾਬਕ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਅਨੁਸੂਚਿਤ ਜਾਤੀ, ਮੈਂ ਦਲਿਤ ਸ਼ਬਦ ਨਹੀਂ ਯੂਜ਼ ਕਰ ਰਿਹਾ ਜਿਸ ਤਰ੍ਹਾਂ ਤੁਸੀਂ ਸੁਜੈਸ਼ਨ ਦਿੱਤੀ ਹੈ, ਅਨੁਸੂਚਿਤ ਜਾਤੀ ਵਾਸਤੇ ਆਟੋਮੈਟਿਕਲੀ ਰਿਜ਼ਰਵ ਹੁੰਦਾ ਹੈ ਹਲਕਾਬੰਦੀ ਦੇ ਥਰੂ। ਇਸੇ ਮੁਤਾਬਕ 1953 ਚ ਹਲਕਾਬੰਦੀ ਹੋਇਆ, 10 ਸਾਲਾਂ ਬਾਅਦ ਫਿਰ 1963 ਵਿੱਚ ਹੋਇਆ, ਫਿਰ 10 ਸਾਲਾਂ 1973 ਵਿੱਚ ਹੋਇਆ, ਫਿਰ ਚੌਥਾ ਹਲਕਾਬੰਦੀ ਕਮਿਸ਼ਨ 202 ਵਿੱਚ ਹੋਇਆ। ਤੋ ਜਦੋਂ ਇਹਨਾਂ ਨੂੰ ਪਤਾ ਚੱਲਿਆ ਵੀ ਇਹ 10 ਸਾਲਾਂ ਬਾਅਦ ਹੋਣਾ, ਇਹ ਸੀਟਾਂ ਰਿਜ਼ਰਵ ਹੋ ਜਾਣਗੀਆਂ ਆਟੋਮੈਟਿਕਲੀ, ਇਹਨਾਂ ਨੇ ਇੱਕ ਬਿੱਲ ਪਾਰਲੀਮੈਂਟ ਚ ਪਾਸ ਕਰਕੇ ਸੋਧ ਕਰ ਲਈ ਵੀ ਅਜੇ ਹੁਣ ਜਲਦੀ ਨਹੀਂ ਕਰਾਂਗੇ
ਇਹ ਜਿਹੜੇ ਹੈ 2026 ਤੱਕ ਇਸ ਨੂੰ ਫ੍ਰੀਜ਼ ਕਰਿਆ ਜਾਂਦਾ ਹੈ, ਔਰ ਗਿਣਤੀ ਜਿਹੜੀ ਹੈ 2031 ਦੀ ਲਈ ਹੈ, ਜਦੋਂ ਕਿ 1973 ਦੇ ਵਿੱਚ ਜਦੋਂ ਹਲਕਾਬੰਦੀ ਕਮਿਸ਼ਨ ਬੈਠਾ ਉਹਦੀ ਗਿਣਤੀ 1971 ਦੀ ਲਈ ਗਈ ਹੈ, ਹਮੇਸ਼ਾ ਹੀ ਪਹਿਲੇ ਵਾਲੀ ਲਈ ਜਾਂਦੀ। ਇਹ ਕਹਿੰਦੇ 26 ਚ ਬੈਠੇਗਾ, ਲੇਕਿਨ ਗਿਣਤੀ 2021 ਵਾਲੀ ਨਹੀਂ ਲਈ ਜਾਏਗੀ, 2031 ਵਾਲਾ ਉਸ ਵਿੱਚ ਲਿਖ ਦਿੱਤਾ ਗਿਆ ਹੈ। ਤੇ 31 ਦੀ ਗਿਣਤੀ ਪਬਲਿਸ਼ ਆਣੀ ਨਹੀਂ, ਜਦੋਂ ਪਬਲਿਸ਼ ਹੋਏਗੀ ਫਿਰ ਉਸ ਤੋਂ ਬਾਅਦ ਸ਼ੁਰੂ ਹੋਏਗਾ। ਪਬਲਿਸ਼ 2033 ਜਾਂ 34 ਵਿੱਚ ਹੋਏਗੀ, ਫਿਰ 4-5 ਸਾਲ ਹੋਰ ਲੱਗਣਗੇ ਇੰਪਲੀਮੈਂਟ ਹੋਣ ਤੇ। ਫਿਰ ਉਦੋਂ ਬਾਅਦ ਵਿਧਾਨ ਸਭਾ ਭੰਗ ਨਹੀਂ ਕਰੀ ਜਾਏਗੀ ਜਦੋਂ ਅਗਲਾ ਇਲੈਕਸ਼ਨ, ਉਹ 2040 ਤੋਂ ਬਾਅਦ ਹੀ ਸਾਨੂੰ ਉਹਦਾ ਲਾਭ ਮਿਲੇਗਾ। ਮੈਨੂੰ ਇਹ ਲੱਗਦਾ ਇਹ ਸੋਚੀ ਸਮਝੀ ਚਾਲ ਹੈ ਸੈਂਟਰ ਦੇ ਵਿੱਚ। ਇਹਨਾਂ ਦੀਆਂ ਸਰਕਾਰਾਂ ਤਾਂ ਪਹਿਲੇ ਕਾਂਗਰਸ ਦੀ ਸਰਕਾਰ ਸੀ, ਇਹਨਾਂ ਨੇ ਅੱਛਾ ਇਹਦੇ ਵਿੱਚ ਹੋਰ ਵੀ ਇੱਕ ਮੈਂ ਦੱਸਣਾ ਚਾਹੁੰਦਾ ਬਈ ਐਸੇ ਹੀ ਹੈ, ਸਾਡੇ ਨਾਲ ਹੋਰ ਵੀ ਜਨਤਾ ਹਿੰਦੁਸਤਾਨ ਦੇ ਸ਼ਾਮਿਲ ਹੋਈਆਂ ਜਿਹੜੇ ਸਾਡੇ ਨਾਲ ਹੀ ਹੋਈਆਂ ਸੀਗੀਆਂ, ਤੇ ਉਹਨਾਂ ਨੇ ਕੇਸ ਕਰਿਆ ਸੁਪਰੀਮ ਕੋਰਟ ਵਿੱਚ। 2012 ਦੇ ਵਿੱਚ ਫੈਸਲਾ ਸੁਪਰੀਮ ਕੋਰਟ ਦਾ ਆਇਆ ਬਈ ਇਹਨਾਂ ਦਾ, ਉਹ ਵੈਸੇ ਦਖਲ ਤਾਂ ਨਹੀਂ ਦੇ ਸਕਦੇ, ਲੇਕਿਨ ਉਹਨਾਂ ਨੇ ਆਬਜ਼ਰਵੇਸ਼ਨ ਇੱਕ ਰਿਕਮੈਂਡੇਸ਼ਨ ਦਿੱਤੀ ਕਿ ਇਹ ਇਹਨਾਂ ਦੀ ਜਿਹੜੀ ਨਵੀਂ ਜਾਤਾਂ ਆਈਆਂ, ਇਹਨਾਂ ਜਾਤਾਂ ਨੂੰ ਆਬਾਦੀ ਵੱਧ ਜਿੱਥੇ ਹੈ ਉਸ ਦੇ ਹਿਸਾਬ ਨਾਲ ਬਣਦਾ, ਪੂਰੇ ਹਿੰਦੁਸਤਾਨ ਨਾਲ ਨਹੀਂ ਕਰਨੀ, ਜਿਹੜੀ ਜਾਤਾਂ ਸ਼ਾਮਿਲ ਹੈ ਉਹਨਾਂ ਨੂੰ ਕਰ ਦਿੱਤਾ ਜਾਏ। ਤਾਂ ਇਹ ਉਸੇ ਦੇ ਮੁੱਖ ਰੱਖਦਿਆਂ ਇਹਨਾਂ ਨੇ ਯੂਪੀ ਦੀਆਂ 2 ਸੀਟਾਂ ਐਮਐਲਏ 2 ਵਾਰੀ ਚੁੱਕ ਕੇ ਆ ਗਏ। 2014 ਦੇ ਵਿੱਚ 13 ਜਨਵਰੀ 2014 ਨੂੰ ਇਲੈਕਸ਼ਨ ਕਮਿਸ਼ਨ ਨੋਟੀਫਿਕੇਸ਼ਨ ਕਰ ਦਿੱਤੀ, ਕਿਉਂਕਿ ਇਹਨਾਂ ਨੇ ਪਹਿਲਾਂ ਇਹਨਾਂ ਨੇ ਉਸ ਸੁਪਰੀਮ ਕੋਰਟ ਨੂੰ ਦੇਖਦੇ ਹੋਏ ਇੱਕ ਪਹਿਲਾ ਆਰਡੀਨੈਂਸ ਜਾਰੀ ਕਰਿਆ ਫਸਟ, ਤੇ ਉਹਦਾ ਗਿਣਤੀ ਜੇ ਨੋਟੀਫਾਈ ਸੈਂਸਸ ਵੱਲੋਂ ਨਹੀਂ ਆ ਸਕਦੀ, ਤਾਂ ਫਿਰ ਇਹਨਾਂ ਨੇ ਉਹ ਲੈਪਸ ਹੋ ਗਿਆ, ਦੁਬਾਰਾ ਇੱਕ ਹੋਰ ਕਰਿਆ, ਫਿਰ ਉਹ ਵੀ ਲੈਪਸ ਹੋ ਗਿਆ, ਫਿਰ ਤੀਸਰਾ ਥਰਡ ਆਰਡੀਨੈਂਸ ਜਾਰੀ ਕਰਿਆ, ਔਰ 3 ਹੀ ਬਿੱਲ ਇੰਟਰੋਡਿਊਸ ਕਰੇ ਜਿਹੜੇ ਕਿ ਫਿਰ ਸਟੈਂਡਿੰਗ ਕਮੇਟੀ ਨੂੰ ਭੇਜੇ ਗਏ। ਸਟੈਂਡਿੰਗ ਕਮੇਟੀ ਨੇ ਰਿਪੋਰਟ ਜਿਹੜੀ ਹੈ 2 ਮਈ 2013 ਨੂੰ ਸਟੈਂਡਿੰਗ ਕਮੇਟੀ ਨੇ ਪੰਜਾਬ ਦਾ ਦੌਰਾ ਕਰਕੇ ਉਹਨੇ ਰਿਪੋਰਟ ਸਾਡੇ ਹੱਕ ਵਿੱਚ ਦਿੱਤੀ ਵੀ ਇਹ ਜਿਹੜੀਆਂ ਸੀਟਾਂ ਨੇ ਜਿੱਥੇ ਜਿੱਥੇ ਨਵੀਆਂ ਜਾਤਾਂ ਸ਼ਾਮਲ ਹੋਈਆਂ ਪੂਰੇ ਹਿੰਦੁਸਤਾਨ ਵਿੱਚ ਕਰਿਆ ਜਾਏ। ਲੇਕਿਨ ਉਹਨਾਂ ਨੇ ਸਿਰਫ ਯੂਪੀ ਦੀਆਂ 2 ਸੀਟਾਂ ਰਿਜ਼ਰਵ ਕਰ ਦਿੱਤੀਆਂ, ਤੇ ਲੇਕਿਨ ਪੰਜਾਬ ਦੀ ਨਹੀਂ ਕੀਤੀਆਂ, ਕਿਉਂਕਿ ਪੰਜਾਬ ਆਰਡੀਨੈਂਸ ਜਿਹੜਾ ਸਾਰੇ ਹਿੰਦੁਸਤਾਨ ਵਾਸਤੇ ਸੀਗਾ। ਸਾਡਾ ਇਹੀ ਗਿਲਵਾ ਹੈ ਬਈ ਯੂਪੀ ਦੇ ਅਗਰ ਉਹ ਕਰ ਦਿੱਤੇ ਤਾਂ ਸਾਡਾ ਵੀ ਹੋਣਾ ਚਾਹੀਦਾ ਕਿ ਅਗਰ 50 ਚ ਕਰਨਾ, ਬੇਸ਼ੱਕ 100 ਸਾਲ ਹੋਰ ਲੇਟ ਕਰ ਦਿੱਤਾ ਜਾਏ, ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਯੂਪੀ ਦਾ ਕਿਉਂ ਕਰਿਆ ਸਾਡੇ ਨਾਲ, ਇਹ ਇੱਕ ਵੱਡਾ ਵਿਤਕਰਾ ਕਰਿਆ। ਅੱਛਾ, ਮੈਨੂੰ ਇਹ ਦੱਸਿਓ, ਕਿਉਂਕਿ ਤੁਸੀਂ ਰਾਏ ਸਿੱਖਾਂ ਦਾ ਕੇਸ ਲੜਦੇ ਪਏ ਸੀ, ਲਗਾਤਾਰ ਤੁਸੀਂ ਪਰਸਿਊ ਕਰਦੇ ਪਏ ਸੀ, ਮੈਨੂੰ ਇਹ ਸਮਝਾਓ ਕਿ ਪੰਜਾਬ ਦੇ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਦੀ ਪਾਰਟੀ, ਮੈਂ ਹੁਣ ਸੁਖਬੀਰ ਸਿੰਘ ਬਾਦਲ ਇਸ ਕਰਕੇ ਕਹਿਣਾ ਹੈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਗਰਮ ਸਿਆਸਤ ਤੋਂ ਲਗਭਗ ਪਾਸੇ ਹੈ, ਅਕਾਲੀ ਦਲ ਭਾਈਵਾਲ ਸੀ ਬੀਜੇਪੀ ਦਾ ਹੁਣ, ਔਰ ਪਹਿਲਾਂ ਵੀ ਉਹਨਾਂ ਦਾ ਲਗਾਤਾਰ ਰਿਹਾ, ਤੁਹਾਨੂੰ ਲੱਗਦਾ ਹੈ ਕਿ ਇਧਰੋਂ ਤੁਹਾਡੇ ਕੇਸ ਨੂੰ ਉਸ ਤਰੀਕੇ ਨਾਲ ਪ੍ਰੋਸੀਡ ਨਹੀਂ ਕੀਤਾ ਗਿਆ, ਜਾਂ ਵਿੱਚ ਹਰਡਲ ਡਾਈ ਗਈ, ਜਾਂ ਰੁਕਾਵਟ ਬਣੇ? ਤੁਹਾਨੂੰ ਲੱਗਦਾ ਹੈ ਕਿ ਸਿਆਸੀ ਵਿਲ ਜਿਹੜੀ ਇਹਦੇ ਚ ਕੰਮ ਕਰਦੀ ਸੀ ਕਿ ਨਹੀਂ ਹੋਣ ਦੇਣਾ? ਜੇ ਸੀਟਾਂ ਨੂੰ ਰਿਜ਼ਰਵ ਕਰਨ ਵਾਸਤੇ, ਅਸੈਂਬਲੀ ਦੀ ਸੀਟਾਂ ਵਾਸਤੇ, ਜਿਹੜਾ ਯੂਪੀ ਚ ਹੋ ਗਿਆ ਤੁਹਾਡਾ ਨਹੀਂ ਹੋਇਆ? ਹਾਂ ਬਿਲਕੁਲ। ਜਦੋਂ ਜਿਹੜੇ 3 ਆਰਡੀਨੈਂਸ ਜਾਰੀ ਹੋਏ ਨੇ ਇਹ ਯੂਪੀ ਵਾਸਤੇ ਕਰੇ ਸੀ, ਲੇਕਿਨ ਉਹ ਆਰਡੀਨੈਂਸ ਮੈਂਟ ਫਾਰ ਆਲ ਸਟੇਟ ਸੀ, ਇਹ ਕਾਂਗਰਸ ਸਰਕਾਰ ਨੇ ਕਰਿਆ ਸੀ। ਉਸ ਵੇਲੇ ਕੈਪਟਨ ਰਮਿੰਦਰ ਸਿੰਘ ਜੀ ਮੁੱਖ ਮੰਤਰੀ ਸੀ, ਉੱਥੇ ਮਨਮੋਹਨ ਸਿੰਘ ਜੀ ਸੀਗੇ, ਸੋਢੀ ਸਾਹਿਬ ਸੀਗੇ, ਤੇ ਇਹਨਾਂ ਨੇ ਕਰਿਆ ਸੀ। ਤੇ ਲਾਸਟ ਮਿੰਟ 'ਚ ਹੋਣ ਵਾਲਾ ਸੀ, ਅਸੀਂ ਤਾਂ ਉਸ ਦਿਨ ਮਠਾਈ ਵੀ ਇਕੱਠੀ ਕਰ ਲਈ ਸੀ, ਜਿਸ ਦਿਨ ਬਿੱਲ ਟੇਬਲ ਪਰ ਆ ਵੀ ਗਿਆ ਸੀ ਕਿ ਅੱਜ ਪਾਸ ਹੋਣਾ, ਡਿਸਕਸ਼ਨ ਹੋਣਾ, ਤਾਂ ਸਾਰਾ ਕੁਝ ਹੋ ਗਿਆ ਸੀ, ਲੇਕਿਨ ਉਸ ਦਿਨ ਨਹੀਂ ਆਇਆ। ਤੇ ਬਾਅਦ ਵਿੱਚ ਉਹ ਉਸ ਨੂੰ ਮਤਲਬ ਇੱਧਰ ਉੱਧਰ ਕਰਤਾ, ਮੀਨ ਟਾਈਮ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਿਰਫ ਯੂਪੀ ਦੀ ਕਰ ਦਿੱਤੀ ਗਈ। ਤਾਂ ਉਹਨਾਂ ਨੇ ਸਾਨੂੰ ਲੱਗਦਾ ਵੀ ਇਹ ਸਾਡੇ ਨਾਲ ਧੋਖਾ ਹੋਇਆ ਹੈ, ਔਰ ਆਰਡੀਨੈਂਸ ਜਾਰੀ ਖਤਮ ਹੋਣ ਵਾਲਾ ਸੀ 14 ਜਨਵਰੀ 2014 ਨੂੰ, ਤੇ 1 ਦਿਨ ਪਹਿਲਾਂ ਯੂਪੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਈ 2 ਸੀਟਾਂ ਦੀ। ਤਾਂ ਉਸ ਤੋਂ ਬਾਅਦ ਫਿਰ ਸਰਕਾਰ ਬਦਲ ਗਈ, ਫਿਰ ਇਹ ਆ ਗਏ, ਦੂਸਰੀ ਸਰਕਾਰ ਆ ਗਈ। ਦੂਸਰੀ ਸਰਕਾਰ ਨੂੰ ਵੀ ਅਸੀਂ ਮਿਲਦੇ ਰਹੇ ਲਗਾਤਾਰ, ਹਰ ਪਾਰਟੀ ਨੂੰ ਮਿਲਦੇ ਰਹੇ, ਹਰ ਇੱਕ ਨੂੰ ਸੁਪਰੀਮ ਕੋਰਟ ਦੀ ਡਾਇਰੈਕਸ਼ਨਾਂ ਦਿੰਦੇ ਰਹੇ। ਉੱਥੇ ਇਹਨਾਂ ਦੇ ਅਕਾਲੀ ਪਾਰਟੀ ਦਾ ਮੰਤਰੀ ਸੀਗਾ ਸਾਡਾ ਐਮਐਲਏ ਕਬਾਇਆ ਵੀ ਉਸੇ ਪਾਰਟੀ ਦਾ ਸੀਗਾ, ਔਰ ਇਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਅਗਰ ਉਹਨਾਂ ਨਹੀਂ ਕੀਤਾ ਤੁਸੀਂ ਕਰੋ। ਇਹ ਭਾਈਵਾਲ ਸੀ ਸੈਂਟਰ ਦੇ ਵਿੱਚ, ਔਰ ਸਾਨੂੰ ਲੱਗਦਾ ਹੈ ਪਹਿਲੇ ਤਾਂ ਉਹਨਾਂ ਨੇ ਕੁਝ ਗੜਬੜ ਕਰੀ,
ਤੇ ਹੁਣ ਇਹਨਾਂ ਨੇ ਕਰੀ ਹੈ, ਇਹ ਜਾਣਬੁੱਝ ਕੇ ਕਰਿਆ ਗਿਆ। ਇਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ, ਕਿਉਂਕਿ ਇਹ ਹੱਕ ਸਾਨੂੰ 50 ਦਾ ਮਿਲਣਾ ਚਾਹੀਦਾ ਤੇ ਅਜੇ ਹੋਰ 15 ਸਾਲ ਤਾਂ ਹੋ ਚੱਲੇ ਨੇ ਬਿੱਲ ਪਾਸ ਹੋਣੇ, ਅਜੇ ਹੋਰ ਕਹਿੰਦੇ 2040 ਤੋਂ ਬਾਅਦ ਹੋਏਗਾ। ਤੁਸੀਂ ਠੀਕ ਕਹਿ ਰਹੇ ਹੋ, ਤੁਸੀਂ ਵਜ਼ਾ ਫਰਮਾ ਰਹੇ ਹੋ। ਮੈਨੂੰ ਇੰਜ ਲੱਗਦਾ ਹੈ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਔਰ ਉਹਨਾਂ ਦੇ ਮਿਨਿਸਟਰਸ ਨੇ ਇਸ ਗੱਲ ਨੂੰ ਸ਼ਾਇਦ ਉਨੀ ਸੰਜੀਦਗੀ ਨਾਲ ਨਹੀਂ ਲਿਆ। ਹੁਣ ਮੈਂ ਤਾਂ ਇਹ ਪੁੱਛਦਾ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਸੰਵਿਧਾਨਕ ਹੱਕ ਹੈ, ਇੱਕ ਹੁੰਦਾ ਅਸੀਂ ਲੋਕ ਨੁਮਾਇੰਦੇ ਆ, ਪਾਰਟੀਆਂ ਲੋਕਾਂ ਦੀ ਤਰਜਮਾਨੀ ਕਰਦੀਆਂ, ਇਹ ਦਾਵਾ ਕਰਦੀਆਂ, ਅਕਸਰ ਉਹ ਕਹਿੰਦੇ ਨੇ ਤਰਜਮਾਨੀ ਵੈਸੇ ਕੌਣ ਕਰਦਾ ਇੰਨੀ ਦਿਨੀ, ਲੇਕਿਨ ਜਦੋਂ ਤੁਹਾਨੂੰ ਪਤਾ ਹੈ ਕਿ ਇੱਕ ਖਾਸ ਤਰ੍ਹਾਂ ਦੇ ਫਿਰਕੇ ਨਾਲ, ਕਿਉਂਕਿ ਅਸੀਂ ਵਰਗ ਵੰਡ 'ਚ ਤਾਂ ਹੈਗੇ ਹੀ ਆ, ਮੰਨੀਏ ਨਾ ਮੰਨੀਏ ਵਰਗ ਵੰਡ ਤਾਂ ਹੈਗੇ, ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਜਾਂ ਰਾਏ ਸਿੱਖ ਜੇ ਹੁਣ ਆਏ ਨੇ ਅਨੁਸੂਚਿਤ ਜਾਤੀ 'ਚ, ਸੰਵਿਧਾਨਕ ਗੇੜੇ ਬਾਅਦ 'ਚ ਵੱਜਦੇ ਰਹਿਣਗੇ। ਸਾਨੂੰ ਦਿਸਦਾ ਤਾਂ ਹੈਗਾ ਨਾ ਵੀ ਸਾਡੇ 100 ਦੇ ਵਿੱਚੋਂ 60 ਲੋਕ ਇਹ ਨੇ, 55 ਲੋਕ ਇਹ ਨੇ। ਅਸੀਂ ਜੇ ਜਾਣਦੇ ਬੁੱਝਦੇ ਉਸ ਪੂਰੇ ਦੇ ਪੂਰੇ ਵਰਗ ਨੂੰ ਇਗਨੋਰ ਕਰਦੇ ਆ ਤਾਂ ਫਿਰ ਇਹ ਸਾਜ਼ਿਸ਼ ਨਹੀਂ ਤਾਂ ਹੋਰ ਕੀ ਆ, ਇਹ ਇਗਨੋਰੈਂਸ ਨਹੀਂ ਤਾਂ ਹੋਰ ਕੀ ਆ, ਇਹ ਜ਼ਿਆਦਤੀ ਨਹੀਂ ਤਾਂ ਹੋਰ ਕੀ ਆ। ਹਾਂਜੀ, ਇਹ ਬਿਲਕੁਲ ਸਪਸ਼ਟ ਹੈ। ਔਰ ਦੂਸਰਾ ਉਹ ਕਈ ਵਾਰੀ ਇਹ ਵੀ ਅਖਬਾਰ 'ਚ ਪੜ੍ਹਿਆ ਵੀ ਉਹ ਕਹਿੰਦੇ ਸਾਡਾ ਜਲਦੀ ਹਲਕਾ ਹੈ। ਅਸੀਂ ਜਲਾਲਾਬਾਦ ਤੇ ਗੁਰੂ ਸਾਹਿਬ 'ਚ 1946 'ਚ ਸਾਡਾ ਰੈਸ਼ ਸਿੱਖ ਬਰਾਦਰੀ ਦਾ ਆਜ਼ਾਦ MLA ਜਿੱਤਿਆ ਸੀ, ਜਦੋਂ ਪਾਰਲੀਮੈਂਟ ਉਹੀ ਆਦਮੀ ਇੱਥੇ ਆ ਕੇ ਬੈਠ ਗਏ। 1951 'ਚ ਵੀ ਅਸੀਂ ਆਜ਼ਾਦ ਜਿੱਤ ਗਏ ਸੀਗੇ। ਔਰ ਕਿੰਨਾ ਮੈਂ ਆਪ ਨੂੰ ਡਿਟੇਲ ਵੀ ਭੇਜੀ। ਔਰ ਇੱਥੇ ਅਸੀਂ MLA ਵੀ ਰਹੇ, ਲਗਾਤਾਰ ਰਹੇ ਹੈ। ਸਿਰਫ ਹੁਣ ਜਾਂ 1-2 ਵਾਰੀ ਜੋਸ਼ਨ ਸਾਹਿਬ ਜੀ ਬਣੇ ਨੇ, ਉਹ ਵੀ ਸਾਡੀ 2-3 ਖੜੇ ਹੋ ਗਏ ਪਾਰਟੀ ਦੇ, ਤੇ ਉਹਦੇ ਵਿੱਚ ਕੁਝ ਵੋਟਾਂ ਵੰਡੀਆਂ ਕਰਕੇ। ਅਦਰਵਾਈਜ਼ ਅਸੀਂ ਲਗਾਤਾਰ 1946 ਤੋਂ ਲੈ ਕੇ ਅਸੀਂ ਜਿੱਤਦੇ ਆ ਰਹੇ ਨਾਲ, ਕਿਉਂਕਿ ਸਾਡੀ ਇਹਦੇ ਵਿੱਚ ਗਿਣਤੀ ਆਪਣੇ ਆਪ ਹੀ ਸਾਬਤ ਹੁੰਦੀ, ਦੱਸਣ ਦੀ ਵੀ ਲੋੜ ਨਹੀਂ ਹੈਗੀ ਕਿ ਅਸੀਂ ਆਜ਼ਾਦ ਹੀ ਜਿੱਤਦੇ ਆ ਰਹੇ ਹਾਂ ਕਿਸੇ ਪਾਰਟੀ ਦੇ ਸਹਾਰੇ ਤੋਂ ਬਗੈਰ ਹੀ। ਤਾਂ ਇਹਦਾ ਮਤਲਬ ਬਹੁ ਗਿਣਤੀ ਸਾਡੀ ਹੈ। ਹੁਣ ਤਾਂ ਫੈਂਸੀ ਕਮਿਸ਼ਨ ਨੇ ਆਪਣੇ ਅੰਕੜੇ ਰਿਲੀਜ਼ ਕਰ ਦਿੱਤੇ ਨੇ ਵੀ ਇੱਥੇ ਇੰਨੇ ਪਰਸੈਂਟ, ਮਤਲਬ ਕਿ ਸਾਡੀ ਜਿਹੜੀ ਗਿਣਤੀ 94,000 ਗੁਰੂ ਸਾਹਿਬ 'ਚ ਪਰਸੈਂਟੇਜ ਪਹਿਲੇ ਨੰਬਰ 'ਚ, ਔਰ ਜਲਾਲਾਬਾਦ ਵਿੱਚ 1,18,000 ਰਾਏ ਸਿੱਖ ਪਲੱਸ ਸ਼ਡਿਊਲ ਕਾਸਟ ਉਹਨਾਂ ਦੀ ਗਿਣਤੀ ਹੈ। 1,18,000 2 ਲੱਖ ਵਿੱਚੋਂ, ਤੇ ਪਹਿਲੇ ਨੰਬਰ ਤੇ ਗੁਰੂ ਸਾਹਿਬ, ਸੈਕੰਡ ਨੰਬਰ ਤੇ ਜਲਾਲਾਬਾਦ, ਥਰਡ ਨੰਬਰ ਤੇ ਫਾਜ਼ਿਲਕਾ ਆਰਡਰ ਦੇ ਵਿੱਚ 117 ਟੌਪਰ ਨੇ, ਪਰ ਹੈ ਜਰਨਲ ਨੇ। ਅੱਛਾ, ਮੈਨੂੰ ਹੁਣ ਇਹ ਦੱਸਿਓ, ਪੂਰੇ ਪੰਜਾਬ ਦੀ ਸਥਿਤੀ ਬਣਾ ਕੇ ਦੱਸਿਓ, ਕਿਉਂਕਿ ਤੁਹਾਡੇ ਤੋਂ ਵੱਧ ਕਿਸੇ ਨੇ ਸਟੱਡੀ ਨਹੀਂ ਕੀਤਾ, ਤੁਸੀਂ ਮੈਨੂੰ ਡਾਟਾ ਵੀ ਬਹੁਤ ਸਾਰਾ ਭੇਜਿਆ। ਮੈਨੂੰ ਸਾਰੀ ਸਥਿਤੀ ਜਿਹੜੀ ਅਨੁਸੂਚਿਤ ਜਾਤੀਆਂ ਦੀ ਹੈ, ਜਿਨ੍ਹਾਂ ਦੇ ਉੱਤੇ ਇਸ ਵੇਲੇ ਸਾਰੀਆਂ ਪਾਰਟੀਆਂ ਰਾਜਨੀਤੀ ਕਰ ਰਹੀਆਂ ਨੇ। BJP ਇਹ ਕਹਿ ਰਹੀ ਹੈ ਕਿ ਅਸੀਂ ਇਹਨਾਂ ਵਰਗਾਂ ਦੇ ਵਿੱਚੋਂ ਮੁੱਖ ਮੰਤਰੀ ਬਣਾਵਾਂਗੇ, ਤੇ ਦੂਜੀਆਂ ਵੀ ਸਾਰੀਆਂ ਉਸੇ ਤਰ੍ਹਾਂ ਦੀ ਰਾਜਨੀਤੀ ਕਰਨਾ ਚਾਹ ਰਹੀਆਂ ਨੇ। ਐਕਚੁਅਲੀ ਜਿਹੜੀ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀਆਂ ਜਾਂ ਸਾਰੇ ਹੀ ਜਿਹੜੇ ਰਿਜ਼ਰਵ ਕੈਟਾਗਰੀਜ਼ ਨੇ, ਉਹਨਾਂ ਦੀ ਸਥਿਤੀ ਕੀ ਆ ਪ੍ਰਤੀਸ਼ਤਤਾ ਦੇ ਹਿਸਾਬ ਨਾਲ, ਆਬਾਦੀ ਦੇ ਹਿਸਾਬ ਨਾਲ ਕਿੰਨੀ ਆ ਇਹ ਜਿਹੜੀ ਪਰਸੈਂਟੇਜ? ਔਰ ਦੂਜੇ ਬੰਨੇ ਜਿਹੜੀ ਸਿਆਸੀ ਹਿੱਸੇਦਾਰੀ ਆ ਉਹ ਕਿੰਨੀ ਮਿਲੀ ਹੋਈ ਆ? ਤੀਜੇ ਬੰਨੇ ਜਦੋਂ ਸਰਕਾਰ ਬਣਦੀ ਉਹਦੇ ਵਿੱਚ ਹਿੱਸੇਦਾਰੀ ਕਿੰਨੀ ਮਿਲੀ ਹੋਈ ਆ? ਔਰ ਇਹ ਸਵਾਲ ਜ਼ਿਆਦਾ ਹੋ ਗਏ, ਲੋਕ ਮੈਨੂੰ ਕਹਿੰਦੇ ਹੁੰਦੇ ਸਵਾਲ ਇੰਨੇ ਨਾ ਕਰਿਆ ਕਰੋ, ਪਰ ਮੇਰਾ ਸਵਾਲ ਕਿ ਸਾਡੇ ਇਹ ਵਰਗ ਹੁਣ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਔਰ ਇਹ ਵੈਸੇ ਸਿਆਸੀ ਤੌਰ ਤੇ ਕਿੱਥੇ ਖੜੇ ਨੇ? ਇਹਨਾਂ ਨੂੰ ਕਿੰਨਾ ਕੁ ਆਪਾਂ ਅੰਕੀਏ, 100 ਚੋਂ ਕਿੰਨੇ ਨੰਬਰ ਦਈਏ ਕਿ ਇੰਨੀ ਕਿ ਇਹਨਾਂ ਦੀ ਪ੍ਰੋਗਰੈਸ ਹੋ ਗਈ ਆ, ਵਿਕਾਸ ਕਰ ਆਏ? ਹਾਂਜੀ, ਬਹੁਤ ਵਧੀਆ ਸਵਾਲ ਕੀਤਾ ਹੈ। 2001 ਦੇ ਵਿੱਚ ਗਿਣਤੀ ਅਨੁਸੂਚਿਤ ਜਾਤੀ ਦੇ 28.9 ਸੀ, ਮਤਲਬ 29%। ਉਸੇ ਹਿਸਾਬ ਨਾਲ 2002 ਦੇ ਵਿੱਚ ਹਲਕਾਬੰਦੀ ਜਿਹੜਾ ਕਮਿਸ਼ਨ ਬੈਠਾ ਸੀਗਾ, 29% ਦੇ ਹਿਸਾਬ ਨਾਲ ਉਹ ਕਾਨੂੰਨੀ ਤੌਰ ਤੇ ਕਰਨੀ ਹੁੰਦੀ ਹੈ। 34 ਸੀਟਾਂ ਉਹਨਾਂ ਨੇ ਵਧਾ ਕੇ 29 ਸੀਟਾਂ ਤੋਂ 34 ਸੀਟਾਂ ਵਧਾ ਦਿੱਤੀਆਂ ਸੀ 2002 ਦੇ ਵਿੱਚ। ਅੱਛਾ, ਤੇ ਹੁਣ 2011 ਦੀ ਗਿਣਤੀ ਆ ਗਈ ਜਿਹੜੀ ਕਿ 31.96, ਮਤਲਬ ਕਿ 32% 2011 ਦੀ ਗਿਣਤੀ, ਤੇ 21 ਹੁਣ ਅਸੀਂ 'ਚ ਬੈਠੇ ਆ। ਇਹਦੇ ਨਾਲ 33% ਸਾਡੀ ਸ਼ਡਿਊਲ ਕਾਸਟ ਦੀ ਗਿਣਤੀ ਅੱਜ ਦੀ ਤਰੀਕ 'ਚ ਹੈ। ਮਤਲਬ ਕਿ ਜਿਸ ਤਰ੍ਹਾਂ ਚਾਹੇ ਗਿਣਤੀ ਨਹੀਂ ਹੋਈ, ਕਿਉਂਕਿ ਪਿਛਲੇ ਵੀ ਜਿਹੜੇ ਅੰਕੜੇ 1951 ਤੋਂ ਲੈ ਕੇ ਅੱਜ ਤੱਕ 1% ਜਾਂ 1.25% ਸਾਡੀ ਗਿਣਤੀ ਵੱਧ ਜਾਂਦੀ, ਕਿਉਂਕਿ ਜਨਰਲ ਕੈਟਾਗਰੀ ਦੀ 18% ਪਾਪੂਲੇਸ਼ਨ ਵੱਧਦੀ 10 ਸਾਲਾਂ 'ਚ, ਸਾਡੇ ਸ਼ੁਰੂ ਕਾਸਟ ਦੀ 34% ਵੱਧ ਕੇ ਉਹ 1% ਵੱਧ ਜਾਂਦੀ। ਤਾਂ ਇਸ ਵਕਤ 33% ਸਾਡੀ ਅਨੁਸੂਚਿਤ ਜਾਤੀ ਦੀ ਆਬਾਦੀ ਹੈ।
ਪਲੱਸ ਪਲੱਸ ਜੋ ਕ੍ਰਿਸਚੀਅਨ ਨੇ ਉਹਨਾਂ ਦੇ 1.26%, ਮਤਲਬ ਕਿ 4.5 ਲੱਖ 3.5 ਲੱਖ ਦੇ ਕਰੀਬ ਉਹ ਨੇ, ਉਹ ਵੀ ਅਨੁਸੂਚਿਤ ਜਾਤੀ ਦੇ ਸੰਬੰਧ ਕੁਝ ਥੋੜੇ ਵਾਲੇ 10-15 ਹਜ਼ਾਰ ਹੋਣਗੇ। ਤਾਂ ਮਤਲਬ ਕਿ 33 ਤੋਂ 34% ਤੋਂ ਉੱਤੇ ਹੀ ਸਾਡੀ ਗਿਣਤੀ ਹੈ। ਪਰ 33% ਨਾਲ ਸਾਡੀਆਂ ਸੀਟਾਂ ਜਿਹੜੀਆਂ ਨੇ 39 ਬਣਦੀਆਂ ਨੇ, ਸਾਨੂੰ 34 ਦਿੱਤੀਆਂ ਨੇ 5 ਉਹ ਘੱਟ ਨੇ। ਔਰ ਸਾਡੀ ਇਹ ਤਾਂ ਟੋਟਲ ਅੰਕੜੇ ਨੇ, ਲੇਕਿਨ ਇਹਨਾਂ ਨੂੰ ਇੱਥੇ ਸੀਟਾਂ ਮਾਰ ਕੇ ਔਰ ਦੂਸਰੀ ਜਗ੍ਹਾ ਕਈ ਜਗ੍ਹਾ ਇਹਨਾਂ ਨੇ ਕਰ ਰੱਖਿਆ ਹੈ ਵੀ ਇਹਨਾਂ ਦੇ ਹਲਕੇ ਟਿਕਟ ਵੰਡ ਤੇ ਕਮਜ਼ੋਰ ਕੈਂਡੀਡੇਟ ਖੜੇ ਕਰਕੇ ਵੀ ਇਹਨਾਂ ਦਾ ਵਧੀਆ ਕੈਂਡੀਡੇਟ ਨਾ ਚੁਣਿਆ ਜਾਏ। ਇਸ ਕਰਕੇ ਇਹਨਾਂ ਨੂੰ ਅੱਗੇ ਮਿਨਿਸਟਰੀਆਂ ਵੀ ਅਗਰ ਦਿੱਤੀਆਂ ਜਾਂਦੀਆਂ ਨੇ ਗੌਰਮੈਂਟ ਦੇ ਵਿੱਚ, ਪਹਿਲੀ ਗੱਲ ਮੰਤਰੀ ਆਪਣੀ ਮਰਜ਼ੀ ਨਾਲ ਥੋੜੇ ਜਿਹੇ ਲੈ ਲੈਂਦੇ ਨੇ, ਜਾਂ ਕਾਰਪੋਰੇਸ਼ਨ ਚੇਅਰਮੈਨ ਇੱਕ ਅੱਧਾ ਕੋਈ ਬਣਾ ਦਿੱਤਾ, ਟੁੱਟਾ ਮੋਟਾ ਮਹਿਕਮਾ ਦੇ ਦਿੱਤਾ। ਔਰ ਵਧੀਆ ਮਹਿਕਮਾ ਜਿਹੜਾ ਹੁੰਦਾ ਹੈ ਉਹ ਇਹਨਾਂ ਅਨੁਸੂਚਿਤ ਜਾਤੀਆਂ ਨੂੰ ਕਦੇ ਵੀ ਨਹੀਂ ਦਿੱਤਾ ਜਾਂਦਾ, ਨਾ ਹੋਮ ਮਿਨਿਸਟਰੀ ਜਾਂ ਇਹਨਾਂ ਨੂੰ ਪਸ਼ੂ ਪਾਲਣ ਕਦੇ ਦੇ ਦਿੱਤਾ ਜਾਂਦਾ, ਸਟੇਸ਼ਨਰੀ ਦਾ ਦੇ ਦਿੱਤਾ ਜਾਂਦਾ ਹੈ, ਜਾਂ ਕੋਈ ਵੈਲਫੇਅਰ ਡਿਪਾਰਟਮੈਂਟ ਦਾ। ਮਤਲਬ ਕਿ ਕੋਈ ਖਾਸ ਇਹਨਾਂ ਨੂੰ ਨੁਮਾਇੰਦਗੀ ਅਸਲ ਮੀਨਿੰਗ ਵਿੱਚ ਨਹੀਂ ਮਿਲਦੀ। ਪਹਿਲੇ ਲੋਕ ਕਾਫੀ ਅਨਪੜ੍ਹ ਸੀਗੇ, ਪੜ੍ਹੇ। ਹੁਣ ਅੱਜ ਦਾ ਜਿਹੜਾ ਵਰਗ ਹੈ ਬੜਾ ਐਜੀਟੇਟਿਡ ਹੋ ਰੱਖਿਆ ਹੈ, ਔਰ ਜਿਹੜਾ ਮਜ਼ਦੂਰ ਹੈ ਉਸ ਨੂੰ ਤਾਂ ਇੰਨਾ ਫਰਕ ਨਹੀਂ ਪੈਂਦਾ ਵੀ ਉਹਨੇ ਮਜ਼ਦੂਰੀ ਕਰਨੀ, ਉਹਨੂੰ ਜ਼ਿਆਦਾ ਸਮਝ ਨਹੀਂ। ਅੱਜ ਜਿਹੜੀ ਮਜ਼ਦੂਰੀ ਕਰਨ ਵਾਲਾ ਸਾਡਾ ਜਿਹੜਾ ਉਹ ਗ੍ਰੈਜੂਏਟ ਹੈ, ਬੀਟੈਕ ਕਰਕੇ ਉਹ ਅੱਜ ਉਹਨੂੰ ਨੌਕਰੀ ਨਹੀਂ ਮਿਲੀ ਤੇ ਬੀਟੈਕ ਉਹ ਦਿਹਾੜੀ ਕਰ ਰਿਹਾ ਹੈ। ਉਹ ਪਿੰਡ ਦੇ ਵਿੱਚ ਦਿਹਾੜੀ ਕਰਦਾ, ਉਹਨੂੰ ਗੱਲ ਇਹ ਚੁੱਭ ਰਹੀ ਹੈ ਕਿ ਮੈਂ ਤਾਂ ਬੀਟੈਕ ਕਰੀ ਐਸਪੀਓ ਬਣਨ ਵਾਸਤੇ ਤੇ ਮੈਨੂੰ ਦਿਹਾੜੀ ਵੀ ਪੂਰੀ ਤਰ੍ਹਾਂ ਨਹੀਂ ਮਿਲ ਰਹੀ। ਇਸ ਲਈ ਉਹ ਸਾਰੇ ਇਕੱਠੇ ਹੋ ਰਹੇ ਨੇ ਔਰ ਉਹਨਾਂ ਵਿੱਚ ਗੁੱਸਾ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੇ ਇਸੇ ਤਰ੍ਹਾਂ ਸੰਗਠਿਤ ਹੋ ਗਏ ਤਾਂ ਉਹ ਇਹਨਾਂ ਪਾਰਟੀਆਂ ਨੂੰ ਕਿਤੇ ਪਿੱਛੇ ਛੱਡ ਜਾਣਗੇ। ਬਿਲਕੁਲ 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 ਠੀਕ ਹੈ ਤੁਹਾਡੀ ਗੱਲ। ਮੈਨੂੰ ਹੁਣ ਥੋੜਾ ਜਿਹਾ ਇਹ ਸਮਝਾਓ, ਅਵੇਅਰਨੈਸ ਦੀ ਕੀ ਸਥਿਤੀ ਹੈ? ਅਵੇਅਰਨੈਸ ਕੌਣ ਦੇ ਰਿਹਾ ਹੈ? ਇਹਨਾਂ ਵਰਗਾਂ ਦੇ ਵਿੱਚ ਲੀਡਰਸ਼ਿਪ ਕਿੱਥੇ ਚਲੇ ਗਈ ਹੈ? ਲੀਡਰਸ਼ਿਪ ਉਨੀ ਉੱਭਰਵੀਂ ਕਿਉਂ ਨਹੀਂ ਗਈ? ਜੇਕਰ ਚੇਤਨਾ ਦਾ ਪੱਧਰ ਵਧਿਆ, ਜੇਕਰ ਐਜੂਕੇਸ਼ਨ ਵਧੀ, ਜੇਕਰ ਨਵੇਂ ਬੱਚੇ ਇਸ ਹੱਦ ਤੱਕ ਪੜ੍ਹ ਲਿਖ ਗਏ ਆ, ਰਿਜ਼ਰਵੇਸ਼ਨ ਦਾ ਬੈਨੀਫਿਟ ਚੱਕਿਆ ਗਿਆ ਵਾ, ਤਾਂ ਹੁਣ ਲੀਡਰਸ਼ਿਪ ਮੁਹੱਈਆ ਕਿਉਂ ਨਹੀਂ ਕਰਾਈ ਜਾ ਰਹੀ? ਪੰਜਾਬ ਚੋਂ ਉੱਠਦੇ ਬਾਬੂ ਕਾਸ਼ੀ ਰਾਮ ਯੂਪੀ 'ਚ ਝੰਡਾ ਗੱਡ ਦਿੰਦੇ ਆ, ਪੰਜਾਬ ਉਹਨਾਂ ਨੂੰ ਅਪਣਾਉਣ ਲਈ ਵੀ ਰੈਡੀ ਨਹੀਂ ਹੁੰਦਾ, ਕਈ ਵਿਵਾਦ ਖੜੇ ਹੋ ਜਾਂਦੇ ਆ। ਕਿੱਥੇ ਆ ਤੁਹਾਡੀ ਲੀਡਰਸ਼ਿਪ? ਸਹੀ ਗੱਲ ਕਰ ਰਹੇ ਬਈ, ਲੀਡਰਸ਼ਿਪ ਕਿੱਥੇ? ਪਹਿਲੇ ਤਾਂ ਕੁਝ ਇਹਨਾਂ ਵਿੱਚ ਰੋਟੀ ਖਾਣ ਵਾਲੇ ਸੀਗੇ, ਮਤਲਬ ਕਿ ਪੰਜਾਬ ਇਤਨਾ ਪਿਛੜਿਆ ਨਹੀਂ ਜਿਤਨੇ ਬਾਕੀ ਸੂਬੇ ਨੇ, ਕਿਉਂਕਿ ਯੂਪੀ ਵਿੱਚ ਤਾਂ ਉਹਨਾਂ ਨੇ ਕਾਸ਼ੀ ਰਾਮ ਜੀ ਨੇ 4 ਵਾਰੀ ਸਰਕਾਰ ਬਣਾ ਲਈ, ਕਿਉਂਕਿ ਉੱਥੇ ਉਹਨਾਂ ਨੂੰ ਜ਼ਿਆਦਾ, ਇੱਥੇ ਗੁਰੂਆਂ ਦੀ ਧਰਤੀ ਕਿਹਾ ਜਾਂਦਾ ਹੈ ਤੇ ਇੱਥੇ ਇਤਨੇ ਅਤਿਆਚਾਰ ਨਹੀਂ ਹੁੰਦੇ। ਫਿਰ ਵੀ ਡਿਸਕ੍ਰਿਮੀਨੇਸ਼ਨ ਤਾਂ ਪੂਰਾ ਹੈ, ਅਤਿਆਚਾਰ ਇਤਨੇ ਨਹੀਂ ਹੁੰਦੇ, ਪਰ ਵੀ ਉਹ ਪਿੱਛੇ ਦਿਹਾੜੀਦਾਰ ਤਾਂ ਹੈ ਨੇ। ਇਸ ਲਈ ਸਾਡੇ ਲੋਕ ਜਿਹੜੇ ਨੇ, ਕਾਫੀ ਲੋਕ ਫੋਰਨ ਵਿੱਚ ਵੀ ਜਾ ਰਹੇ ਨੇ, ਜਿਨ੍ਹਾਂ ਨੂੰ ਇੱਥੇ ਕੰਮ ਨਹੀਂ ਮਿਲਦਾ, ਕਿਸੇ ਨਾ ਕਿਸੇ ਵਸੀਲੇ ਰਾਹੀਂ ਫੋਰਨ ਵਿੱਚ ਜਾਂਦੇ ਨੇ, ਇੰਗਲੈਂਡ, ਅਮਰੀਕਾ, ਕੈਨੇਡਾ, ਵੱਡੇ ਪੱਧਰ ਤੇ ਜਾ ਰਹੇ। ਤਾਂ ਲੀਡਰਸ਼ਿਪ ਕਈ ਸੰਗਠਨ ਨੇ ਛੋਟੇ ਮੋਟੇ, ਜੇ ਸਟੂਡੈਂਟ ਦੇ ਹੋ ਗਏ, ਸਟੂਡੈਂਟ ਲੈਵਲ ਤੇ, ਸਕੂਲ ਲੈਵਲ ਤੇ ਹੋ ਰਹੇ ਨੇ, ਤੇ ਇੱਕ ਦੂਸਰੇ ਨੂੰ ਹੁਣ ਤਾਂ WhatsApp ਦਾ ਮੈਸੇਜ, ਦੂਸਰਾ ਸੋਸ਼ਲ ਮੀਡੀਆ ਤੇ ਸਾਰੀਆਂ ਚੀਜ਼ਾਂ ਇੱਕ ਦੂਸਰੇ ਨੂੰ ਇਹ ਡਾਟਾ ਵਗੈਰਾ ਦੱਸਿਆ ਜਾ ਰਿਹਾ, ਸਾਡੇ ਕਿੰਨੇ ਅਫਸਰ ਬਣਨੇ ਚਾਹੀਦੇ ਨੇ। ਹਾਂ, ਰਿਜ਼ਰਵੇਸ਼ਨ ਦੀ ਜਿਹੜੀ ਪਾਲਿਸੀ ਹੈ, ਰਿਜ਼ਰਵੇਸ਼ਨ ਦਾ ਜੋ ਨੌਕਰੀਆਂ ਵਿੱਚ ਰਿਜ਼ਰਵੇਸ਼ਨ, ਸਾਡੀ 34% ਦੀ ਆਬਾਦੀ ਹੈ ਤੇ ਸਾਨੂੰ ਰਿਜ਼ਰਵੇਸ਼ਨ ਇਹਨਾਂ ਨੇ ਦਿੱਤੀ ਹੈ ਸਿਰਫ 25% ਨੌਕਰੀਆਂ ਵਾਸਤੇ। ਉਹ ਵੀ ਸਿੱਧੀ। ਹਾਂ, ਉਹਦੇ ਵਿੱਚ ਮਤਲਬ ਕਿਤਨਾ 34% 9% ਕੱਟ ਦਿੱਤੀ ਹੈ। ਫਿਰ ਪ੍ਰਮੋਸ਼ਨ ਦੇ ਵਿੱਚ 14% ਦਿੱਤੀ ਹੈ, ਅੱਧੇ ਤੋਂ ਵੀ ਘੱਟ। ਤੇ ਉਹਦੇ ਵਿੱਚ ਉਹਨਾਂ ਨੇ 2 ਕੈਟਾਗਰੀ ਬਣਾ ਰੱਖੀ, 14% ਦੇਣੀ ਹੈ ਦੂਸਰੇ A ਤੇ B ਕੈਟਾਗਰੀ ਜੋ ਅਫੀਸਰ ਹੁੰਦੇ ਨੇ, ਔਰ 20% ਦੇਣੀ ਜਿਹੜੇ C ਤੇ D, ਮਤਲਬ ਚਪੜਾਸੀ ਤੋਂ ਵੱਡਾ ਚਪੜਾਸੀ ਜਾਂ ਕਲਰਕ, ਉਹਦੇ ਵਾਸਤੇ 20%। ਮਤਲਬ ਇਹ ਮਤਲਬ ਰਿਜ਼ਰਵੇਸ਼ਨ MLA ਵਾਸਤੇ 29% ਰੱਖੀ ਹੈ, ਫਿਰ ਨੌਕਰੀ ਵਾਸਤੇ 25% ਰੱਖੀ ਹੈ, ਪ੍ਰਮੋਸ਼ਨ ਵਾਸਤੇ 14 ਰੱਖੀ ਹੈ, ਪੰਚਾਇਤੀ ਰਾਜ ਵਿੱਚ ਲਾਗੂ ਕਰਤੀ 32%। ਇਹ ਫਾਰਮੂਲਾ ਸਾਨੂੰ ਸਮਝ ਨਹੀਂ ਆਉਂਦਾ। ਇਹ ਫਾਰਮੂਲਾ ਇਸ ਲਈ ਬਣਾਇਆ ਵੀ
ਜਿੱਥੇ ਇਹਨਾਂ ਦਾ ਨੁਕਸਾਨ ਕੀਤਾ ਜਾਏ। ਦੂਸਰਾ ਹੋਰ ਗੱਲ, ਪੀਸੀਐਸ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਮਤਲਬ ਕਿ 25% ਰਿਜ਼ਰਵੇਸ਼ਨ ਹੁੰਦੀ, ਵਿੱਚੋਂ ਅੱਧੇ ਮਜਬੀ ਸਿੱਖ ਭਾਈ ਉਹਨਾਂ ਦਾ ਰੱਖਿਆ ਤੇ ਸਾਡਾ, ਤੇ ਉਹਨਾਂ ਵਿੱਚ ਅੱਧੇ ਤੇ ਕਰ ਦਿੱਤਾ ਭਾਈ, ਆਪਸ ਚ ਲੜਦੇ ਰਹਿਣ। ਤੇ ਤਕਰੀਬਨ ਵੈਕੈਂਸੀਆਂ ਜੋ ਸਾਲ ਬਾਅਦ ਆਉਂਦੇ ਨੇ 30 ਦੇ ਕਰੀਬ ਹੁੰਦੀਆਂ ਨੇ, 15 ਅਨੁਸੂਚਿਤ ਜਾਤੀ ਦੂਸਰਿਆਂ ਦੀ ਤੇ 15 ਉਹਨਾਂ ਦੀਆਂ। ਉਹਨਾਂ 'ਚ ਮੈਂ ਦੇਖਦਾ ਮਜਬੀ ਸਿੱਖ ਭਾਈਆਂ ਦਾ 2 ਹੀ ਕੈਂਡੀਡੇਟ ਸਿਲੈਕਟ ਕਰ ਦਿੱਤੇ ਜਾਂਦੇ ਨੇ, ਔਰ 4-5 ਇਹਨਾਂ ਦਾ ਨੇ। ਮਤਲਬ ਕਿ 5-6 30 ਵੈਕੈਂਸੀਆਂ ਦੇ ਪਿੱਛੇ ਜੋ ਰਿਜ਼ਰਵ ਹੈਗੀਆਂ ਨੇ, ਉਹਨਾਂ ਦੇ 4-5 ਹੀ ਆ ਰਹੇ ਨੇ ਪਿਛਲੇ 15-20 ਸਾਲਾਂ 'ਚ। ਉਹਨਾਂ ਨੇ ਕੰਡੀਸ਼ਨ ਲਾ ਬਾਕੀ ਕਿੱਧਰ ਉਹਨਾਂ ਨੂੰ ਫਿਰ ਇਹ ਰੱਖ ਲੈਂਦੇ ਨੇ, ਇਹ ਅਗਲੇ ਸਾਲ ਭਰਾਂਗੇ, ਅਗਲੇ ਸਾਲ ਫਿਰ ਐਡ ਅਪ ਕਰਦੇ ਨੇ। ਉਹਦੇ 'ਚ ਇਹਨਾਂ ਨੇ ਜਾਣ ਕੇ ਰੱਖਿਆ ਹੈ ਵੀ ਇਹਨਾਂ ਦੇ 45% ਤੋਂ ਨੰਬਰ ਅਗਰ ਘੱਟ ਆਣਗੇ ਨਾ ਐਗਰੀਗੇਟ 'ਚ, ਤੇ ਉਹਨੂੰ ਨਹੀਂ ਰੱਖਿਆ, ਤੇ ਉਤਨੇ ਨਹੀਂ ਆਉਂਦੇ ਜਾਣਬੁੱਝ ਕੇ। ਜਦੋਂ LLB ਕਰਕੇ ਇਹ ਵਕਾਲਤ ਕਰ ਰਿਹਾ ਹੈ, ਉਹ ਤਾਂ ਐਲੀਜੀਬਲ, ਉਹ ਜੱਜ ਨਹੀਂ ਬਣ ਸਕਦਾ, ਵਕਾਲਤ ਕਰ ਸਕਦਾ। ਉਹਨਾਂ ਨੇ ਜਾਣਬੁੱਝ ਕੇ ਰੱਖਿਆ। ਜਿਵੇਂ UPSC ਦਾ IAS ਜਿਹੜਾ ਕੈਬਨਿਟ ਸੈਕਟਰੀ ਤੱਕ ਉਹ ਰਿਟਾਇਰ ਹੁੰਦਾ ਹੈ, ਇਸ ਤੋਂ ਉੱਪਰ ਵਾਲੀ ਸਰਵਿਸ ਹੈ, ਉਹਦੇ ਵਿੱਚ ਚਾਹੇ ਜਿੰਨੀਆਂ ਬਖਸ਼ੀਆਂ ਰਿਜ਼ਰਵ ਨੇ ਥੱਲੇ ਤੱਕ ਮੈਰਿਟ 20% ਹੈ ਤਾਂ ਵੀ ਰੱਖਦੇ ਨੇ। ਪਰ ਇਹਨਾਂ ਨੇ ਇੱਥੇ ਬੈਨ ਜਾਣਬੁੱਝ ਕੇ ਲਗਾ ਰੱਖਿਆ, 45% ਤੋਂ ਥੱਲੇ ਜਿਹੜਾ ਆਏਗਾ ਉਹਨੂੰ ਨਹੀਂ ਰੱਖਿਆ। ਜਾਣਬੁੱਝ ਕੇ ਇਹਨਾਂ ਦੀ ਵੈਕੈਂਸੀਆਂ ਜੁਡੀਸ਼ੀਅਲ ਜੱਜ ਜੋ ਹੁੰਦੇ ਨੇ ਨਹੀਂ ਰੱਖੇ ਜਾ ਰਹੇ। ਇਹ ਬਹੁਤ ਵੱਡਾ ਧੋਖਾ ਜਾਣਬੁੱਝ ਕੇ। ਅੱਛਾ, ਮੈਂ ਬਿਲਕੁਲ, ਕਿਉਂਕਿ ਹੁਣ ਮੈਂ ਆਖਰੀ ਰਾਉਂਡ 'ਚ ਆਖਰੀ ਸਵਾਲ ਕਰਨਾ ਹੈ ਤੁਹਾਨੂੰ। ਇੱਕ ਹੋਰ ਅਸੀਂ ਤੁਹਾਡੇ ਨਾਲ ਸੈਗਮੈਂਟ ਕਰਨਾ ਹੈ, ਕਿਉਂਕਿ ਇਹ ਗੱਲ ਮੁੱਕਣੀ ਨਹੀਂ, ਅਜੇ ਤਾਂ ਗੱਲ ਸ਼ੁਰੂ ਹੋਈ ਆ। ਮੈਨੂੰ ਇੰਝ ਲੱਗਦਾ ਕਿ ਜਿਨ੍ਹਾਂ ਵਰਗਾਂ ਨੂੰ ਹਮੇਸ਼ਾ ਜ਼ਿਆਦਤੀ ਦਾ ਸਾਹਮਣਾ ਕਰਨਾ ਪੈਂਦਾ, ਸ਼ੋਸ਼ਣ ਦਾ ਸਾਹਮਣਾ ਕਰਨਾ ਪੈਂਦਾ, ਵਰਗਲਾਇਆ ਜਾਂਦਾ ਹੈ, ਜਿਨ੍ਹਾਂ ਨੂੰ ਆਪਣੇ ਨਾਲ ਤੋਰਨ ਲਈ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਆ, ਉਹਨਾਂ ਦੇ ਤੁਹਾਡੇ ਵਰਗੇ ਲੋਕ ਨੁਮਾਇੰਦੇ ਹੋਣ, ਤੁਹਾਡੇ ਵਰਗੇ ਲੋਕ ਦੂਰ ਬੈਠੇ ਹੋਣ। ਕਿੰਨੇ ਲੋਕ ਮੈਂ ਦੇਖਦਾ ਆ, ਲੱਦੜ ਸਾਹਿਬ ਨਾਲ ਗੱਲਬਾਤ ਹੁੰਦੀ ਹੈ, ਹਾਲਾਂਕਿ ਉਹਨਾਂ ਤੇ ਵੀ ਕਈ ਇਲਜ਼ਾਮ ਆਉਂਦੇ ਨੇ ਪੁਰਾਣੇ ਸਮਿਆਂ ਦੇ, ਸਾਨੂੰ ਕਈ ਤਰ੍ਹਾਂ ਦੇ ਮੈਸੇਜ ਵੀ ਆਉਂਦੇ ਆ। ਅਦਰਵਾਈਜ਼ ਕਿੰਨੀ ਮੈਂ ਕਰੀਮ ਦੇਖਦਾ ਇਹਨਾਂ ਵਰਗਾਂ ਦੀ ਕਰੀਮ ਕਿੱਥੇ ਸੌ ਜਾਂਦੀ ਆ। ਕਿਉਂ ਨਹੀਂ ਲੜਦੇ? ਦੂਜਿਆਂ ਦੇ ਹੱਥ ਆਪਣਾ ਆਪ ਕਿਉਂ ਫੜਾ ਕੇ ਬੈਠੇ ਹੋ? ਆਖਰ ਤੁਸੀਂ ਲੋਕ ਕਦੋਂ ਉੱਠੋਗੇ, ਕਦੋਂ ਲੜੋਗੇ? ਆਪਣੇ ਹਿੱਤ ਤੁਸੀਂ ਕਦੋਂ ਤੱਕ ਛੱਡਦੇ ਰਹੋਗੇ? ਕਦੋਂ ਤੱਕ ਛੋਟੇ ਲਾਲਚਾਂ ਦੇ ਪਿੱਛੇ ਵੱਡੀ ਸੱਤਾ ਜਿਹੜੀ ਆ ਉਹਨੂੰ ਪਾਸੇ ਰੱਖ ਦਿੰਦੇ ਹੋ? ਫਿਰ ਮੁੜ ਕੇ ਝੋਰਿਆਂ ਦੇ ਵਿੱਚ, ਜਿਵੇਂ ਇੱਥੇ ਬਾਕੀ ਪੰਜਾਬ ਦੇ ਵਰਤਾਰਿਆਂ 'ਚ ਵੀ ਹੈਗਾ, ਤੁਸੀਂ ਮੈਨੂੰ ਲੱਗਦਾ ਹੈ ਕਿ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੇ। ਕਿੱਥੇ ਚਲੇ ਗਏ ਹੋ ਤੁਸੀਂ? ਕਿਉਂ ਨਹੀਂ ਅਵੇਅਰ ਕਰਦੇ? ਬਿਲਕੁਲ ਸਹੀ ਗੱਲ ਹੈ। ਜੋ ਸਾਡੇ ਸੀਨੀਅਰ ਅਫੀਸਰ ਹੈ ਨੇ, ਕਰੀਮ ਸਾਡੀ ਹੈ, ਉਹ ਪੂਰਾ ਪੇ ਟੂ ਦਾ ਸੋਸਾਇਟੀ ਉਹਨਾਂ ਹਿੱਸਾ ਨਹੀਂ ਪਾ ਰਹੀ। ਅਗਰ ਉਹ ਇਕੱਠੇ ਹੋ ਜਾਣ ਤਾਂ ਫਿਰ ਉਹ ਇਹ ਕੰਮ ਇਤਨਾ ਮੁਸ਼ਕਲ ਨਹੀਂ ਹੈ। ਅਗਰ ਉਹ ਪਰ ਹੁਣ ਚੇਤਨਾ ਆ ਰਹੀ ਹੈ। ਔਰ ਜਿੱਥੋਂ ਤੱਕ ਮੇਰਾ ਸਵਾਲ ਹੈ, ਮੇਰੇ ਸਾਰਾ ਜ਼ਿੰਦਗੀ 25-30 ਸਾਲ ਤੇ ਇਸ ਗੱਲ 'ਚ ਰਾਗੀ ਪੇਸ਼ੀ ਅਨੁਸੂਚਿਤ ਜਾਤੀ ਸ਼ਾਮਲ ਕਿਵੇਂ ਹੋਣੇ, ਉਹਦੇ ਵਿੱਚ ਅੜਿੱਕੇ ਸੀ, ਉਹਦੇ ਵਿੱਚ ਹੀ ਮੈਂ ਗੁਜ਼ਾਰ ਦਿੱਤੇ। ਔਰ ਮੈਂ ਜਰਮਨ ਤੋਂ ਆ ਕੇ, ਮਤਲਬ ਕਿ ਜਰਮਨ ਤੋਂ ਜਦੋਂ ਇੱਥੇ ਦਫ਼ਤਰ 'ਚ ਆਉਣਾ, ਹੈਡਕੁਆਟਰ ਵੀ ਡਿਊਟੀ ਹੁੰਦੀ ਸੀ, ਪਿੰਡ ਛੁੱਟੀ ਜਾਣਾ, ਪਿੰਡ ਨਾਲ ਇਨ ਟੱਚ ਰਹੇ ਅਸੀਂ, ਤਾਂ ਉਹ ਅਸੀਂ ਲੜਦੇ ਰਹੇ। ਅਸੀਂ ਚਾਹੁੰਦੇ ਤਾਂ ਅਸੀਂ ਆਰਾਮ ਨਾਲ ਆਪਣਾ ਬਾਕੀ ਜੀਵਨ ਜਾਂ ਬੱਚਿਆਂ ਨੂੰ ਉੱਥੇ ਸੈੱਟ ਫਸਟ ਕਰਦੇ ਸੀ, ਜਰਮਨੀ ਜਾਂ ਹੋਰ ਕਿਸੇ ਕੰਟਰੀ 'ਚ। ਅਸੀਂ ਤਾਂ ਜਦੋਂ ਸਰਵਿਸ ਦੇ ਦੌਰਾਨ ਸੀ, ਉਹਦੇ ਵਿੱਚ ਵੀ 25-30 ਸਾਲ ਪੂਰੇ ਲਗਾਏ ਨੇ ਇਸ ਕੌਮ ਦੇ ਵਿੱਚ। ਔਰ ਉਸ ਰਿਟਾਇਰ ਹੋਏ ਨੂੰ 12 ਸਾਲ ਹੋ ਗਏ ਨੇ। ਅਸੀਂ ਦਿੱਲੀ ਆ ਗਏ। ਮੈਂ ਪੰਜਾਬ ਵੀ ਕਾਫੀ ਚੱਕਰ ਲੱਗਦਾ, ਹੁਣ ਹੈਲਥ ਨੂੰ ਵਜ੍ਹਾ ਕਰਕੇ ਘੱਟ ਸਮਾਂ ਮਿਲ ਰਿਹਾ ਹੈ, ਲੇਕਿਨ ਅਸੀਂ 12 ਸਾਲ ਤਾਂ ਫੁੱਲ ਦਿੱਤੇ ਨੇ, ਜੋ ਨੌਕਰੀ ਦੇ ਵੇਲੇ ਵੀ ਦਿੱਤੇ ਨੇ। ਦਫ਼ਤਰ ਦਾ ਕੰਮ ਘੱਟ ਕਰਦੇ ਰਹੇ, ਇਹ ਸਮਾਜ ਦਾ ਕੰਮ ਜ਼ਿਆਦਾ ਕਰਕੇ ਤਾਂ ਹੀ ਇਹ ਸ਼ਡਿਊਲ ਕਾਸਟ ਦਾ ਹਿੱਸਾ ਅਸੀਂ ਹੱਕ ਪ੍ਰਾਪਤ ਕਰਿਆ। ਦੇਣ ਵਾਲੇ ਸੀਗੇ। ਤੁਹਾਡੇ ਤੋਂ ਉਮੀਦ ਰੱਖੀਏ ਕਿ ਤੁਸੀਂ ਆਪਣੇ ਵਰਗੇ ਲੋਕਾਂ ਨੂੰ, ਕਿਉਂਕਿ ਜਿਹੜੇ ਲੋਕ ਅੰਦਰ ਦੀਆਂ ਸਮੱਸਿਆਵਾਂ ਜਾਣਦੇ, ਤੁਹਾਡੇ ਵਰਗੇ ਲਾਈਕ ਮਾਈਂਡਡ, ਤੁਹਾਡੇ ਵਰਗੇ ਸਿਆਣੇ ਲੋਕ, ਤੁਸੀਂ 20-25-30 ਇਕੱਠੇ ਕਰ ਸਕਦੇ ਹੋ ਪੰਜਾਬ ਦੀ ਹੋਣੀ ਬਦਲਣ ਲਈ। ਤੁਸੀਂ ਇੱਕ ਧਿਰ ਬਣ ਸਕਦੇ ਹੋ। ਪੰਜਾਬ ਮਰਦਾ ਪਿਆ, ਇਹਦੇ ਮੂੰਹ 'ਚ ਪਾਣੀ ਪਾਉਣ ਲਈ ਤੁਹਾਡਾ ਵਰਗ ਜੇਕਰ ਪਿਛਾਂਹ ਰਹਿ ਜਾਂਦਾ, ਫਿਰ ਕੋਈ ਨਾ ਕੋਈ ਤੁਹਾਨੂੰ ਲਿਉਰ ਕੇ ਲੈ ਜਾਂਦਾ, ਵਰਗਲਾ ਕੇ ਲੈ ਜਾਂਦਾ। ਸਾਰੇ ਕੋਈ ਤੁਹਾਨੂੰ ਪ੍ਰਧਾਨ ਲਾ ਦੂਗਾ, ਕੋਈ ਤੁਹਾਨੂੰ ਡਿਪਟੀ ਮੁੱਖ ਮੰਤਰੀ ਦਾ ਵਾਅਦਾ ਕਰ ਦੂਗਾ। ਕਿਹੜਾ ਮੇਨ ਕੁਰਸੀ ਦੇ ਰਿਹਾ, ਕਿਹੜਾ ਤੁਹਾਨੂੰ ਜ਼ਿੰਮੇਵਾਰੀ ਦੇ ਰਿਹਾ ਸਮਾਜ 'ਚ ਕਿ ਤੁਸੀਂ ਆਪਣੇ ਸਮਾਜ ਨੂੰ ਬਿਹਤਰ ਕਰਨ ਲਈ ਤੁਸੀਂ ਇਹ ਜ਼ਿੰਮੇਵਾਰੀਆਂ ਨਿਭਾਓ? ਮੈਨੂੰ ਲੱਗਦਾ ਹੈ ਕਿ ਜੇ ਤੁਸੀਂ ਲੱਕ ਬੰਨ ਕੇ ਲੱਗੋ, ਤੁਸੀਂ 20-25-30-40 ਬੰਦੇ ਲੱਭਣੇ ਕੋਈ ਔਖੇ ਨਹੀਂ। ਤਗੜੇ ਹੋ ਕੇ ਲੱਗ ਸਕਦੇ ਹੋ। ਪ੍ਰੋਮਿਸ ਕਰੋ ਜਾਂਦੇ ਜਾਂਦੇ, ਅਗਲੀ ਵਾਰੀ ਤੁਹਾਡੇ ਕੋਲੋਂ ਜਿਹੜੀ ਵਿਦੇਸ਼ ਦੇ ਸਿਸਟਮ ਹੈ, ਜਰਮਨ ਦੇ ਵਿੱਚ ਐਜੂਕੇਸ਼ਨ ਸਿਸਟਮ ਤੋਂ ਲੈ ਕੇ ਬਾਕੀ ਉਹਨਾਂ ਬਾਰੇ ਗੱਲ ਕਰਾਂਗੇ। ਤੁਹਾਡਾ ਜ਼ਿਆਦਾ ਸਮਾਂ ਜ਼ਿੰਦਗੀ ਦਾ ਉਧਰ ਬੀਤਿਆ। ਦੋਸਤੋ, ਮੈਂ ਇੱਕ ਗੱਲ ਦੱਸ ਦਿਆਂ ਕਿ
ਗੁਰਦੀਪ ਸਿੰਘ ਵੜਵਾਲ ਜਿਹੜੇ ਨੇ ਇਹ ਗੁਰੂ ਹਰਸਹਾਏ ਦੇ ਰਹਿਣ ਵਾਲੇ ਨੇ ਔਰ ਗੁਰੂ ਹਰਸਹਾਏ ਨਾਲ ਇਹਨਾਂ ਦਾ ਨਾਤਾ ਬੜਾ ਨੇੜੇ ਦਾ। ਰਾਏ ਸਿੱਖਾਂ ਨੂੰ ਬੁਲੰਦੀ ਤੇ ਲੈ ਕੇ ਗਏ ਰਿਜ਼ਰਵੇਸ਼ਨ ਦੇ ਮਾਮਲੇ 'ਚ, ਹੁਣ ਵੀ ਲੜ ਰਹੇ ਆ। ਸੋ ਮੈਂ ਉਹ ਜਿਹੜਾ ਆਖਰੀ ਸਵਾਲ ਹੈ ਕਿ ਤੁਸੀਂ ਪ੍ਰੋਮਿਸ ਕਰੋ ਕਿ 30-40 ਬੰਦੇ ਤੁਸੀਂ ਇਕੱਠੇ ਹੋ ਕੇ ਯੁੱਧ ਲੜੋਗੇ, ਦਿੱਲੀ ਛੱਡ ਦਿਓ, ਪੰਜਾਬ ਆ ਜਾਓ, 22 ਬਹੁਤ ਨੇੜੇ ਆ। ਨਹੀਂ, ਅਸੀਂ ਪੰਜਾਬ ਵਰਗਾ ਹੀ ਕੰਮ ਕਰ ਰਹੇ, 30-40 ਨਹੀਂ, ਅਸੀਂ ਇਸ ਤੋਂ ਜ਼ਿਆਦਾ ਵੀ ਇਕੱਠੇ ਕਰਕੇ ਆਲਰੇਡੀ ਕੰਮ ਕਰ ਰਹੇ ਹਾਂ। ऑफिसर भी और नीचे लेवल ਤੇ ਵੀ ਅਸੀਂ ਅਵੇਅਰਨੈਸ ਦੀ ਕਈ ਕੰਪੇਨ ਅਸੀਂ ਸ਼ੁਰੂ ਕਰ ਚੁੱਕੇ ਹਾਂ। ਲੱਦਰ ਸਾਹਿਬ ਨਾਲ ਵੀ ਸਾਡਾ ਅੱਛਾ ਸੰਪਰਕ ਹੈ, ਹੋਰ ਸੰਸਥਾਵਾਂ ਨਾਲ ਉਹ ਵੀ ਕਰ ਰਹੇ ਨੇ। ਉਮੀਦ ਹੈ ਵੀ ਉਹ ਸਾਰੇ ਅਗਰ ਇਸੇ ਤਰ੍ਹਾਂ ਚੱਲਦਾ ਰਿਹਾ ਔਰ ਜਿਹੜਾ ਲਾਲਚ ਦੇ ਰਹੇ ਡਿਪਟੀ ਸੀਐਮ ਦਾ ਜਾਂ ਹੋਰ ਕੋਈ, ਉਹ ਅਸੀਂ ਲੋਕਾਂ ਨੂੰ ਦੱਸ ਰਹੇ ਵੀ ਇਹਦਾ ਤਾਂ ਕੋਈ ਫਾਇਦਾ ਨਹੀਂ। ਜਿਵੇਂ ਚੀਫ ਮਿਨਿਸਟਰ ਵੀ ਅੱਧਾ ਲਾਲਚ ਵੀ ਦੇਣ ਤਾਂ ਉਹਦਾ ਵੀ ਸਾਨੂੰ ਕੋਈ ਫਾਇਦਾ ਨਹੀਂ। ਜਦੋਂ ਚੀਫ ਮਿਨਿਸਟਰ ਦਾ ਕੀ ਉਹਨਾਂ ਕਰਨਾ, ਉਹ ਤਾਂ ਉੱਥੇ ਹੀ ਬੈਠੇ ਹੋਏ ਨੇ, ਸਾਡੇ ਹਲਕੇ ਦੇ ਬੈਠ ਗਏ ਨੇ। ਉਹਨਾਂ ਚੀਫ ਮਿਨਿਸਟਰੀ ਸਾਨੂੰ ਕਿੱਥੋਂ ਦੇਣੀ ਉਹਨਾਂ ਨੇ? ਡਿਪਟੀ ਸੀਐਮ ਤਾਂ ਕੁਝ ਕੋਈ ਖਾਸ ਉਹਦਾ ਫਾਇਦਾ ਨਹੀਂ ਹੁੰਦਾ। ਤਾਂ ਇਸੇ ਸਾਰਾ ਚੀਜ਼ਾਂ ਇਹ ਲੋਕਾਂ ਦੇ ਨੋਟਿਸ ਵਿੱਚ ਲਿਆ ਰਹੇ ਵੀ ਇਹ ਸਿਰਫ ਸਾਨੂੰ ਲਾਲਚ ਦੇ ਰਹੇ ਨੇ। ਇਸ ਲਾਲਚ ਵਿੱਚ ਅਸੀਂ ਕਦੇ ਨਹੀਂ ਆਉਣ ਵਾਲੇ। ਵੜਵਾਲ ਸਾਹਿਬ, ਅਗਲੀ ਵਾਰੀ ਹੋਰ ਮਸਲਿਆਂ ਤੇ ਮਿਲਾਂਗੇ। ਬਹੁਤ ਮਿਹਰਬਾਨੀ ਔਰ ਬਹੁਤ ਧੰਨਵਾਦ। ਧੰਨਵਾਦ ਜੀ, ਧੰਨਵਾਦ।